और उनके एक रफ़ीक जमाल शाहिद साहब का जिक्र किया तो वो यहाँ मौजूद हैं। मैं चाहूँगा कि वो भी उनकी जमाल साहब यहाँ आ जाए प्लीज़। फरहान वो टेंट इधर आ जाओ जी। ये माइक ज़रा करीब कर लें थोड़ा सा इसमें। एम शहबाज खान मेरे ਜਿਹੜੇ ਪਲ ਨੇ ਭੁਲਾਏ नहीं जा सकते। तकरीबन ਜਿਹੜੇ आखिरी 10-12 साल ने बहुत सारे गुजरे ने। ਇਹੋ ਜਿਹੀ ਸਾਂਝ ਸੀ ਕਿ ਆਖਰੀ ਵੇਲੇ ਵੀ ਸਾਡੇ ਨਾਲ ਹੀ ਯਾਦਾਂ ਤਾਂ ਬਹੁਤ ਸਾਰੀਆਂ ਨੇ। ਵੇਲਾ ਬਹੁਤ ਥੋੜ੍ਹਾ ਹੈ। ਉਹਨਾਂ ਦਾ ਤਲਕ ਮੇਰੇ ਘਰ ਨਾਲ जी ਆਪਣੇ ਘਰ ਵਾਂਗ ਸੀ। ਮੇਰੇ ਬੱਚੇ ਸ਼ਾਇਦ ਮੇਰੀ ਉਨੀ ਫਿਲਮ ਕਰਦੇ ਆ ਜਿੰਨੀ ਉਹਨਾਂ ਦੀ ਕਰਦੇ ਸੀ। ਅਤੇ ਜਿਸ ਵੇਲੇ ਵੀ ਉਹਨਾਂ ਨੇ ਆਵਾਜ਼ ਮਾਰੀ ਹੈ ਉਹ ਭਾਵੇਂ ਮੈਂ ਹਾਂ ਜਾਂ ਮੇਰੇ ਬੱਚੇ ਹੋਣ ਅਸੀਂ आपने ਦੁੱਖ ਸਿਰਫ ਇਸ ਗੱਲ ਦਾ ਕਿ ਮੈਂ ਕੋਸ਼ਿਸ਼ ਬੜੀ ਕੀਤੀ ਸੀ ਕਿ ਉਹਨਾਂ ਉੱਤੇ ਦੋਸਤਾਂ ਨੇ ਮਜ਼ਮੂਨ ਵੀ ਲਿਖਵਾਏ ਕਿ ਮੈਂ ਕਿਤਾਬ ਲਿਆ ਸਕਾਂ। ਕੋਈ ਕੰਮ ਉਹਨਾਂ ਦਾ ਪਿਆ ਸੀ ਮਗਰ ਉਹਨਾਂ ਦੇ ਬੱਚਿਆਂ ਨੇ ਸਾਥ ਦਿੱਤਾ। ਅੱਜ ਵੀ ਉਹਨਾਂ ਦਾ ਬੱਚਾ ਆਇਆ ਵਾ ਮਗਰ ਉਹ ਇਹਨਾਂ ਜ਼ਹਿਮਤ ਨਹੀਂ ਕਰ ਸਕਿਆ ਕਿ ਉਹ ਥੋੜ੍ਹੀ ਦੇਰ ਰੁਕ ਜਾਂਦਾ ਤਾਂ ਕਿ ਆਪਣੇ ਬਾਪ ਦੀ ਹਾਂਜੀ ਦੇ ਬਾਰੇ ਜਿਹੜੇ ਸਾਡੇ ਵਿਚਾਰ ਸੁਣ ਲੈਂਦਾ ਕਿ ਅਸੀਂ ਉਹਦੇ ਬਾਪ ਦੀ ਕੀ ਇੱਜ਼ਤ ਕਰਦੇ ਹਾਂ। ਬਲਕਿ ਜਿਸ ਦਿਨ ਉਹਨਾਂ ਦਾ ਆਖਰੀ ਵੇਲਾ ਸੀ ਨਾ ਹਸਪਤਾਲ ਤੋਂ ਭੱਜ ਕੇ ਆ ਗਏ। ਭੱਜੇ ਵੀ ਇਸੇ ਦੁੱਖੋਂ ਹੀ ਕਿ ਇਹੀ ਮੁੰਡਾ ਜਿਹੜਾ ਅੱਜ ਆਇਆ ਵਾ ਇਹਨੂੰ ਉਹਨਾਂ ਨੇ ਰੋਕਿਆ ਕਿ ਯਾਰ ਤੂੰ ਮੇਰੇ ਕੋਲ ਠਹਿਰ ਗਿਆ। ਇਹਨੇ ਉਹਨਾਂ ਦੀ ਗੱਲ ਸੁਣੀ ਕਰਕੇ ਕਿ ਮੈਨੂੰ ਕੰਮ ਲੋੜ। ਅਤੇ ਉਹ ਇਸ ਗੱਲ ਉਹਨਾਂ ਦਿਲ 'ਤੇ ਲੱਗਦਾ ਉਹਨਾਂ ਛਾਲ ਛੱਡਿਆ ਬਗੈਰ ਗੱਲ ਦੀ ਛੁੱਟੀ ਤੋਂ ਭੱਜ ਕੇ ਘਰ ਆ ਗਏ। ਅਤੇ ਆਉਂਦੇ ਹੀ ਪਹਿਲਾਂ ਉਹਨੇ ਮੈਨੂੰ ਫੋਨ ਕੀਤਾ ਕਿ ਸਰ ਜੀ ਆ ਜਾਓ ਆਪਾਂ ਸੈਰ ਕਰਨ ਜਾਣਾ। ਇਹ ਮੇਰੇ ਜੁਮਲੇ ਸੀ ਅਤੇ ਮੈਨੂੰ ਯਕੀਨ ਜਾਣ ਕੇ ਉਹ ਅੰਦਰੋਂ ਨਾ ਖੁੱਲ੍ਹ ਗਈ ਕਿ ਯਾਰ ਇਹ ਤਾਂ ਕੋਈ ਚੰਗਾ ਨਹੀਂ। ਅਤੇ ਮੈਂ ਆਪਣੇ ਬੇਟੇ ਇਮਰਾਨ ਨੂੰ ਕਿਹਾ ਮੈਂ ਕਿਹਾ ਯਾਰ ਇਮਰਾਨ ਸਾਹਿਬ ਫੌਰੀ ਆ ਜਾ ਮੈਂ ਚੱਲਿਆ ਅਤੇ ਤੂੰ ਇੰਝ ਕਰਨਾ ਉਹਨਾਂ ਦੇ ਘਰ ਆ ਜਾ। ਅਤੇ ਘਰ ਗਏ ਅਤੇ ਮੈਂ ਕਿਹਾ ਬਾਬਾ ਇੱਥੋਂ ਕਿੱਥੇ ਤੂੰ ਯਾਰ ਹਸਪਤਾਲ 'ਚ ਭੱਜ ਗਿਆ ਤੇਰੀ ਨਹੀਂ। ਅਤੇ ਬੜੇ ਹੱਸ ਕੇ ਮੈਨੂੰ ਕਹਿਣ ਲੱਗੇ ਕਿ ਯਾਰ ਉੱਥੇ ਤਾਂ ਮਰਨਾ ਹੀ ਹੈ ਅਤੇ ਘਰ ਕਿਉਂ ਨਾ ਮਰੀ। ਇਹ ਉਹਨਾਂ ਦੇ ਆ ਗਿਆ। ਥੋੜ੍ਹੀ ਦੇਰ ਬਾਅਦ ਹੀ ਮੇਰਾ ਦੋਸਤ ਲਾਹੌਰ ਬੈਠਾ ਸੀ ਕਲੀਮਤ ਤਾਜਰਾਨ ਦਾ ਉਹ ਕਿਉਂਕਿ ਉਹਨੇ ਮੈਨੂੰ ਫੋਨ ਕੀਤਾ ਕਿ ਯਾਰ ਸ਼ਹਬਾਜ਼ ਸਾਹਿਬ ਦੀ ਤਬੀਅਤ ਇਸ ਵੇਲੇ। ਮੈਂ ਕਿਹਾ ਯਾਰ ਉਹ ਘਰ ਹੀ ਨਹੀਂ ਦੇ ਗੱਲ ਕਰ ਲਓ। ਉਹਨਾਂ ਨਾਲ ਗੱਲ ਕਰਾਈ ਉਹਨਾਂ ਦੀ ਰਿਕਾਰਡ ਉਹਨਾਂ ਕੋਲ ਮੌਜੂਦ ਹੈ। ਅਤੇ ਉਹਨਾਂ ਨੇ ਕਿਹਾ ਯਾਰ ਕੱਲ੍ਹ ਨਾ ਅਸੀਂ ਮੇਰਾ ਇੱਕ ਦੋਸਤ ਡਾਕਟਰ ਉੱਥੇ ਹੈਗਾ ਪ੍ਰਾਈਵੇਟ ਆਪਾਂ ਉਹਨਾਂ ਦਾ ਚੈੱਕਅਪ ਕਰਾਉਂਦੇ ਹਾਂ। ਅਸੀਂ ਬੜੇ ਕੁਝ ਬਾਰੇ ਮੂਡ 'ਚ ਬੈਠੇ ਹਾਂ ਬਲਕਿ ਉਹਨਾਂ ਨੇ ਉਹ ਕੋਈ ਖਾਣ ਪੀਣ ਵਾਸਤੇ ਵੀ ਸੌਦਾ ਲਿਆਂਦਾ ਬਾਹਰੋਂ ਕਹੋ ਬੱਚਿਆਂ ਨੂੰ ਅਤੇ ਅਸੀਂ ਕਹਿੰਦਾ ਜਰਾ ਸੈਰ ਸੂਰ ਕਰਕੇ ਆ ਕੇ ਖਾਵਾਂਗੇ। ਹੁਣ ਇਹ ਪਤਾ ਨਹੀਂ ਸੀ ਕਿ ਇਹ ਸਾਨੂੰ ਵੇਲਾ ਹੀ ਨਹੀਂ ਮਿਲਣਾ। ਤਾਂ ਅਸੀਂ ਬਾਹਰ ਜਾਣ ਵਾਸਤੇ ਤਿਆਰ ਹੋਏ। ਥੋੜ੍ਹੀ ਦੇਰ ਬਾਅਦ ਉਹ ਕਹਿਣ ਲੱਗੇ ਯਾਰ ਮੈਂ ਪਿਸ਼ਾਬ ਕਰਨਾ ਅਤੇ ਮੈਂ ਚੱਲ ਫਿਰ ਜਿਸ ਨੂੰ ਪਿਸ਼ਾਬ ਕਰਕੇ ਉਸਰੋਂ ਵਾਸ਼ਰੂਮ ਤੋਂ ਬਾਹਰ ਆ ਗਏ ਸੀ। ਜਿਸ ਤਰ੍ਹਾਂ ਕਿ ਛੋਟੀ ਟੇਬਲ ਪਈ ਸੀ ਉਹਨਾਂ ਦੇ ਨਾਲ ਉੱਤੇ ਬੈਠ ਗਏ ਅਤੇ ਉਹਨਾਂ ਕਹਿਣ ਕੇ ਰੁਕ ਕੇ ਮੈਂ ਉਹਨੂੰ ਚੁੱਕਿਆ ਮੇਰੇ ਬੇਟੇ ਨੂੰ ਕਿਹਾ ਕਿ ਮੈਂ ਯਾਰ ਉਹਨੂੰ ਬੋਲੋ ਸਿੱਧਾ ਕਰੋ। ਉਹ ਕਹਿ ਨਾ ਪਿਆ ਬੇਟਾ ਆਇਆ। ਮੈਂ ਕਿਹਾ ਯਾਰ ਭੱਜ ਕੇ ਡਾਕਟਰ ਪਿਆਰਾ ਬਾਈ ਨੇ ਫੋਨ ਕੀਤਾ ਮੈਂ ਵੀ ਅਤੇ ਉਹਨਾਂ ਨੇ ਵੀ ਕੁਦਰਤ ਦੀ ਗੱਲ ਹੈ ਕਿ ਅੱਗੇ 2-4 ਦਫਾ ਵਾਕਿਆ ਹੋਇਆ ਅਤੇ ਉਹ ਫੌਰਨ ਆ ਜਾਂਦੇ ਰਹੇ ਨੇ। ਇੱਕ ਦਫਾ ਇਸ ਤਰ੍ਹਾਂ ਹੀ ਚਾਂਦਣ ਪਹਿਲਾਂ ਦੀ ਗੱਲ ਹੈ ਕਿ ਉਹ ਟੁੱਡੀ ਵਾਲੇ ਕੋਈ ਦੋਸਤ ਸੀ ਕੋਈ ਦੋਸਤਾਂ ਨੂੰ ਮਿਲਣ ਨਿਕਲੇ ਅਤੇ ਉਹਨਾਂ ਦੀ ਇਹ ਖਾਸ ਸੀ ਕਿ ਯਾਰ ਸਾਰੇ ਦੋਸਤਾਂ ਨੂੰ ਨਾ ਘਰਾਂ 'ਚ ਜਾ ਕੇ ਮਿਲ ਕੇ ਆਓ। 2-4 ਦੋਸਤਾਂ ਦੇ ਮਿਲ ਲਏ ਅਤੇ ਟੁੱਡੀ ਵਾਲੇ ਸਾਡੇ ਦੋਸਤ ਸੀ ਪ੍ਰਭਾਸ ਖੋਖਰ ਉਹਦੇ ਘਰ ਚਲੇ ਗਏ। ਉੱਥੇ ਵੀ ਉਹੀ ਵਾਕਿਆ ਉਹਨਾਂ ਨਾਲ ਗੁਜ਼ਰਿਆ। ਅਸੀਂ ਵਾਪਸੀ ਆਉਣ ਲੱਗੇ ਅਤੇ ਕਹਿੰਦੇ ਯਾਰ ਪਿਸ਼ਾਬ ਕਰ ਲਓ। ਹੁਣ ਗਏ ਜੀ ਬਾਥਰੂਮ 'ਚ ਹਾਜ਼ਰ ਚਲੋ ਹੁਣ ਬਾਥਰੂਮ 'ਚ ਅਸੀਂ ਵੀ ਚੁੱਕ ਕੇ ਹੀ ਲੈਂਦਾ ਉਹਨਾਂ ਨੂੰ ਬਾਹਰ।
11 ਬਾਈ ਨੂੰ ਕੀਤਾ, ਉਹਨਾਂ ਦੇ ਬੇਟੇ ਨੂੰ ਕੀਤਾ, ਛੋਟੇ ਨੂੰ ਉਹ ਕਰੀਬ ਸੀਗੇ ਪੰਜਾਬ ਵੱਲ ਦੇ ਵਿੱਚ ਵੀ ਯਾਰ ਆ ਜਾਓ, ਅਤੇ ਤਬੀਅਤ ਖਰਾਬ ਉਹਨਾਂ ਦੀ। ਉੱਥੋਂ ਲੈ ਕੇ ਅਸੀਂ ਸਾਡੇ ਰੋਜ਼ ਵੀ ਜਾ ਕੇ ਉੱਥੇ ਇੱਕ ਦੋ ਰਾਤ ਛੁੱਟੀਆਂ ਦੇ ਮਤਲਬ ਕਿ ਥੋੜ੍ਹੀ ਜਿਹੀ ਸਿਹਤ ਬਿਹਤਰ ਹੋਈ ਤਾਂ ਘਰ ਫਿਰ ਆ ਗਏ। ਜਦੋਂ ਨਾ ਥੋੜ੍ਹੀ ਜਿਹੀ ਸਿਹਤ ਬਿਹਤਰ ਹੁੰਦੀ ਸੀ ਨਾ, ਉੱਧਰ ਉਹਨੇ ਕਹਿਣਾ ਯਾਰ ਆ ਜਾ ਅੱਜ ਕਿਸੇ ਨਾ ਕਿਸੇ 'ਚ। ਇਸ ਤਰ੍ਹਾਂ ਇੱਕ ਸਾਡਾ ਦੋਸਤ ਆਪਣੇ ਇੱਧਰ ਸਾਹਿਬ ਦਾ ਕ੍ਰਿਸ਼ਮਾ ਹੋਵੇ, ਮੇਰੇ ਕੋਲ ਜਾਣਾ ਉਹਨਾਂ ਨੇ 20 ਦਿਨ ਲੱਗੇ ਚਲੋ, ਅਤੇ ਮੈਂ ਉਹ ਮਨਸੂਰ ਸਾਹਿਬ ਸਾਡੇ ਦੋਸਤ ਉਹਨੂੰ ਫੋਨ ਕਰ ਲਿਆ। ਮੈਂ ਕਿਹਾ ਯਾਰ ਉਹ ਰਸਤੇ ਜਾਣਾ, ਚੱਲ ਆਪਾਂ ਇਕੱਠੇ ਹੀ ਮੇਰਾ ਕਾਫੀਆ ਬਣਾਉਂਦੇ ਜਾਵਾਂਗੇ। ਉੱਥੋਂ ਅਸੀਂ ਨਿਕਲੇ ਅਤੇ ਜਿਸ ਵੇਲੇ ਅਸੀਂ ਪਹੁੰਚ ਕੇ ਨਾ ਸ਼ਾਹਕੋਟ, ਉੱਥੇ ਜਾ ਕੇ ਮੈਂ ਦਾ ਰੱਦ ਕਹਿੰਦੇ ਨੇ ਜੀ ਨਨਕਾਣਾ ਸਾਹਿਬ ਜਾਣਾ। ਮੈਂ ਕਿਹਾ ਚਲੋ ਉੱਧਰ ਚਲੇ ਜਾਂਦੇ। ਨਨਕਾਣਾ ਸਾਹਿਬ ਗਏ, ਉੱਥੇ ਦੋਸਤਾਂ ਨਾਲ ਲੱਭੇ ਕੀਤੇ, ਫਿਰੇ ਤੁਰੇ ਅੰਦਰ ਬਾਹਰ ਸਾਰਾ ਸੈਰ ਦਿੱਤਾ। ਜਿਹੜੀ ਮੈਂ ਉਹਨਾਂ ਦੀ ਜਿਹੜੀ ਹੋਰ ਕੋਸ਼ਿਸ਼ ਹੁੰਦੀ ਸੀ ਨਾ ਕਿ ਜਿਹੜੀ ਉਹ ਜਿਵੇਂ ਬੱਚਿਆਂ ਨੂੰ ਨਹੀਂ ਕਰ ਲੈਂਦੇ ਕਿ ਯਾਰ ਜਾ ਕਰਨਾ। ਬਾਅਦ ਟਾਈਮ ਇਹ ਹੁੰਦਾ ਸੀ ਅਸੀਂ ਸ਼ਹਿਰ ਦੀ ਆਸ ਨੁਕਰੇ ਹਾਂ, ਅਤੇ ਆਸ ਨੁਕਰੇ ਕੋਈ ਰੇਹੜੀ ਵਾਲਾ ਖਾਣੇ ਦਾ ਚੰਗਾ ਬਣਾਉਂਦਾ ਨਾ, ਜੇ ਹੋਟਲ ਵਾਲਾ ਨੇ ਕਹਿਣਾ ਜੀ ਉਹ ਨਹੀਂ ਖਾਣਾ ਤਾਂ ਸਾਡੇ ਉੱਧਰ ਜਾਣਾ। ਮੈਂ ਕਹਿਣਾ ਚਲੋ ਫਿਰ ਕਈ ਚੀਜ਼ਾਂ ਨਾਲ ਬੰਦ ਸਨ, ਮੈਨੂੰ ਵੀ ਬੰਦ ਸਨ ਜਿਹੜੀਆਂ ਡਾਕਟਰ ਦੀਆਂ ਹਦਾਇਤਾਂ ਹੁੰਦੀਆਂ ਸੀ। ਬਾਅਦ ਵਿੱਚ ਅਸੀਂ ਆਉਂਦੇ ਸੀ ਰੁਪਏ ਦਾ ਸੀ, ਉਹਨਾਂ ਨੇ ਕਹਿਣਾ ਜੀ ਅੱਜ ਭਟੂਰੇ ਖਾਣੇ। ਮੈਂ ਕਹਿਣਾ ਚਲੋ ਜੀ ਇੱਥੇ ਆ ਜਾਣ। ਪਰ ਉਹਨਾਂ ਨੇ ਆਪਣੀ ਬਿਮਾਰੀ ਦੇ ਹੋਣ ਦੇ ਬਾਵਜੂਦ ਉਹਨਾਂ ਦੀ ਜਿਹੜੇ ਹਰ ਸਮੋਕੀਆ ਮਸਾਲ ਹੈ ਕਿ ਮੁਸਤੀ ਹੈ ਬਾਜੀ ਜਿਹੜੀ ਸੀ ਨਾ, ਉਹ ਨਾਲੇ ਨਾਲ ਚੱਲਦੀ। ਉਹ ਮੇਰੇ ਨਾਲ ਵੀ ਬੇਟਿਆਂ ਨਾਲ ਵੀ। ਅਤੇ ਉਹਨਾਂ ਦੇ 2 ਸਾਲ ਪਹਿਲਾਂ ਜਿਸ ਵੇਲੇ ਉਹ ਰਿਟਾਇਰ ਹੋਏ ਨਾ, ਰਿਟਾਇਰ ਹੋਏ ਕਹਿਣ ਲੱਗੇ ਕਿ ਯਾਰ ਹੁਣ ਆਪਾਂ ਕੰਮ ਹੀ ਕਰਨਾ, ਅਤੇ ਮੈਂ ਵੀ ਕੰਮ ਛੱਡਦਾ। ਮੈਂ ਕਿਹਾ ਯਾਰ ਚਲੋ ਬਾਬੇ ਬੈਠੇ ਨਹੀਂ ਬੈਠੇ, ਕੁਝ ਨਾ ਕੋਈ ਕੰਮ ਕਰਾਂਗੇ ਤਾਂ। ਖੈਰ ਉਹਨਾਂ ਨੇ ਕੰਮ ਕੀਤਾ, ਮੈਂ ਤਾਂ ਕੁਝ ਨਹੀਂ ਕੀਤਾ, ਮੈਂ ਤਾਂ ਸਿਰਫ ਉਹਨਾਂ ਕੋਲ ਬਹਿ ਕੇ ਉਹਨਾਂ ਦੀਆਂ ਗੱਲਾਂ ਹੀ ਸੁਣਦਾ ਰਿਹਾ। ਅਤੇ ਬਾਅਦ ਵਿੱਚ ਵੀ ਨੇ ਕਿਹਾ ਤੁਹਾਡੇ ਸਾਹਮਣੇ ਕਦੋਂ ਹੋਏ ਨੇ, ਉਹਨੇ ਸਿਰਫ ਦੋਸਤਾਂ ਉਹਨਾਂ ਦਾ ਵਿਵਾਦ ਬਹੁਤ ਪਿਆ ਹੋਇਆ। ਇੱਕ ਜਿਹੜੀ ਉਹਨਾਂ ਦੀ ਆਖਰੀ ਖਾਸ ਸੀ, ਬੱਚਿਆਂ ਨੇ ਬਹੁਤ ਥੱਲੇ ਲਏ ਆ ਜਿਹੜੇ ਕਿ ਉਹਨਾਂ ਨੇ ਮੇਰੀ ਨਹੀਂ ਸੁਣੀ। ਉਹਨਾਂ ਨੇ ਮੌਲਾ ਅਲੀ ਦੇ ਜਿਹੜੇ ਹੈਗੇ ਨਾ ਅਕਬਾਲੀ ਦੇ ਲਈ, ਉਹਨਾਂ ਨੇ ਮਨਜ਼ੂਮ ਕੀਤਾ। ਇਹ ਉਹਨਾਂ ਦੀ ਬੜੀ ਖਾਸ ਸੀ ਜਿਹੜੀ ਕਿ ਤਬਦੀਲ ਦਾ ਮੌਕਾ ਨਹੀਂ ਦਿੱਤਾ। ਉਹਨਾਂ ਦੀ ਇਹ ਬਹੁਤ ਕੋਸ਼ਿਸ਼ ਸੀ ਬੱਚਿਆਂ ਨੂੰ ਅੱਲਾ ਹਦਾਇਤ ਦੇਵੇ ਕਿ ਉਹ ਸਾਡੇ ਆਪ ਲੱਗ ਜਾਣ, ਤਾਂ ਅਸੀਂ ਉਹ ਕਿਤਾਬ ਲਿਆਈ ਉਹਨਾਂ ਦੀ ਆਖਰੀ ਖਾਸ ਜਿਹੜੀ ਪੂਰੀ ਹੋਈ। बहुत अच्छा, शुक्रिया जमाल शाहिद साहब, बहुत शुक्रिया।